Hello students, I am Vishal Goyal, Assistant Professor, Department of Computer Science from Shri Lal Bahadur Shastri, Arya Mahila College, Barnala. कंप्यूटर सिस्टम आर्किटेक्चर ਅੱਜ ਆਪਣਾ ਨੈਕਸਟ ਲੈਕਚਰ ਹੈ that is risk and CISC architecture। तो ਅੱਜ ਆਪਾਂ ਦੇਖਾਂਗੇ ਕਿ ਰਿਸਕ ਤੇ CISC ਦੋਨੋਂ ਅਲੱਗ-ਅਲੱਗ ਆਰਕੀਟੈਕਚਰ ਨੇ ਤੇ ਦੋਨਾਂ 'ਚ ਕੀ ਡਿਫਰੈਂਸ ਹੈ। तो स्टूडेंट्स ਤੁਸੀਂ ਅੱਜ ਤੱਕ ਦੇਖਿਆ ਹੈ ਆਪਣੇ ਪ੍ਰੀਵੀਅਸ ਲੈਕਚਰਸ ਕਿ ਕੰਪਿਊਟਰ ਆਰਕੀਟੈਕਚਰ ਦੇ ਵਿੱਚ ਆਪਾਂ ਨੂੰ ਕੀ ਪਤਾ ਲੱਗਦਾ ਹੈ ਕਿ ਕੰਪਿਊਟਰ ਦਾ ਆਰਕੀਟੈਕਚਰ ਕਿਹਦੇ ਉੱਤੇ ਡਿਪੈਂਡ ਕਰਦਾ ਹੈ ਕਿ ਉਸ ਕੰਪਿਊਟਰ ਦੇ ਵਿੱਚ ਕਿੰਨੀਆਂ ਆਪਾਂ ਇੰਸਟਰਕਸ਼ਨਸ ਯੂਜ਼ ਕਰ ਰਹੇ ਹਾਂ, ਕਿਹੜੇ ਮਾਈਕਰੋ ਆਪਰੇਸ਼ਨਸ ਯੂਜ਼ ਕਰ ਰਹੇ ਹਾਂ, ਕਿਹੜੇ ਉਹਦੇ ਵਿੱਚ ਐਡਰੈਸਿੰਗ ਮੋਡਸ ਹੋਣਗੇ, ਕੀ ਉਹਦੇ ਵਿੱਚ ਰਜਿਸਟਰਸ ਦਾ ਫਾਰਮੈਟ ਹੋਏਗਾ। तो ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਕੀ ਬਣਦਾ ਹੈ, ਇੱਕ ਕੰਪਿਊਟਰ ਦਾ ਆਰਕੀਟੈਕਚਰ ਬਣਦਾ ਹੈ। So based on the number of instructions, based on the number of registers and based on the number of addressing modes that a computer use, ਆਪਾਂ ਦੋ ਅਲੱਗ-ਅਲੱਗ ਆਰਕੀਟੈਕਚਰ ਡਿਫਾਈਨ ਕਰਾਂਗੇ। ਇੱਕ ਹੈ ਰਿਸਕ ਦੇ ਵਿੱਚ ਰਿਸਕ ਦੀ ਫੁੱਲ ਫਾਰਮ ਕੀ ਹੈ, ਰਿਡਿਊਸਡ ਇੰਸਟਰਕਸ਼ਨ ਸੈਟ ਕੰਪਿਊਟਰ। ਰਿਡਿਊਸਡ ਦਾ ਮਤਲਬ ਕਿ ਇਹਦੇ ਵਿੱਚ ਸਾਰਾ ਕੁਝ ਹੀ ਲਿਮਟਿਡ ਹੋਏਗਾ, ਇੱਕ ਲਿਮਟਿਡ ਨੰਬਰ ਆਫ ਇੰਸਟਰਕਸ਼ਨਸ ਹੋਣਗੀਆਂ, ਲਿਮਟਿਡ ਨੰਬਰ ਆਫ ਐਡਰੈਸਿੰਗ ਮੋਡਸ ਹੋਣਗੇ ਤੇ ਸਾਰਾ ਕੁਝ ਇੱਕ ਸਮੋਲ ਸੈਟ ਆਫ ਇੰਸਟਰਕਸ਼ਨਸ ਹੋਣਗੇ। दूसरी साइड ਤੇ ਸਿਸਕ ਦੇ ਵਿੱਚ ਸਿਸਕ ਦੀ ਫੁੱਲ ਫਾਰਮ ਹੈ ਕੰਪਲੈਕਸ ਇੰਸਟਰਕਸ਼ਨ ਸੈਟ ਕੰਪਿਊਟਰ। ਸੋ ਕੰਪਲੈਕਸ ਇੰਸਟਰਕਸ਼ਨ ਸੈਟ ਕੰਪਿਊਟਰ ਦੇ ਵਿੱਚ ਕੀ ਹੋਏਗਾ ਕਿ ਲਾਰਜ ਨੰਬਰ ਆਫ ਇੰਸਟਰਕਸ਼ਨਸ ਹੋਣਗੀਆਂ, ਲਾਰਜ ਨੰਬਰ ਆਫ ਐਡਰੈਸਿੰਗ ਮੋਡਸ ਹੋਣਗੇ ਤੇ ਉਹਦੇ ਵਿੱਚ ਸਾਰਾ ਕੁਝ ਹੀ ਕੰਪਲੈਕਸ ਹੋਏਗਾ। ਸੋ ਹੁਣ ਆਪਾਂ ਸਟਾਰਟ ਕਰਦੇ ਹਾਂ ਰਿਸਕ ਨਾਲ। ਰਿਸਕ ਇਜ਼ ਪ੍ਰੋਨਾਊਂਸਡ ਐਜ਼ ਰਿਸਕ RISC is an acronym for reduced instruction set computer. So RISC the full form है reduced instruction set computer and is a type of microprocessor that recognizes a relatively limited number of instructions. So ਜਿਹੜਾ RISC architecture ਹੈ, RISC microprocessor ਹੈ ਜਿਹੜਾ ਉਹ ਕੀ ਹੈ, ਬਹੁਤ ਹੀ ਥੋੜੀਆਂ ਜਿਹੀਆਂ ਇੰਸਟਰਕਸ਼ਨਸ ਨੂੰ ਰਿਕਗਨਾਈਜ਼ ਕਰ ਸਕਦਾ ਹੈ ਕਿਉਂਕਿ ਇਹਦੇ ਵਿੱਚ ਲਿਮਟਿਡ ਇੰਸਟਰਕਸ਼ਨਸ ਹੁੰਦੀਆਂ ਨੇ। The concept of RISC was developed by John Cook of IBM Research in 1974. ਸੋ ਰਿਸਕ ਦਾ ਜਿਹੜਾ ਕੰਸੈਪਟ ਹੈ ਉਹ 1974 ਦੇ ਵਿੱਚ ਜੌਨ ਕੌਕ ਨੇ ਡਿਵੈਲਪ ਕੀਤਾ ਸੀ। ਹਿਸ ਆਰਗੂਮੈਂਟ ਵਾਸ ਬੇਸਡ ਔਨ ਦੀ ਨੋਸ਼ਨ ਦੈਟ ਏ ਕੰਪਿਊਟਰ ਯੂਜ਼ਸ ਓਨਲੀ 20% ਆਫ ਦਾ ਇੰਸਟਰਕਸ਼ਨ, ਮੇਕਿੰਗ ਦੀ ਅਦਰ 80% ਯੂਜ਼ਸ ਸੁਪਰਫਲੋਸ ਟੂ ਰਿਕੁਆਇਰਮੈਂਟ। ਸੋ ਆਪਾਂ ਵੀ ਅਗਰ ਦੇਖੀਏ ਕਿ ਅਗਰ ਜਨਰਲ ਕੰਪਿਊਟਰ ਨੂੰ ਕਿਸੇ ਨੂੰ ਵੀ ਆਪਾਂ ਯੂਜ਼ ਕਰ ਰਹੇ ਹਾਂ ਤਾਂ ਮੋਸਟ ਆਫ ਦੇ ਟਾਈਮ ਆਪਾਂ ਉਹਦੀਆਂ ਸਾਰੀਆਂ ਇੰਸਟਰਕਸ਼ਨ ਨੂੰ ਯੂਜ਼ ਨਹੀਂ ਕਰਦੇ, ਆਪਾਂ ਸਿਰਫ ਉਹਦੀਆਂ 20% ਇੰਸਟਰਕਸ਼ਨਸ ਹੀ ਯੂਜ਼ ਕਰਦੇ ਹਾਂ। ਸੋ ਇਹਦੀ ਆਰਗੂਮੈਂਟ ਇਹ ਸੀ ਕਿ ਆਪਾਂ ਸਿਰਫ ਉਹ 20% ਇੰਸਟਰਕਸ਼ਨਸ ਨੂੰ ਯੂਜ਼ ਕਰਕੇ ਹੀ ਇੱਕ ਅਲੱਗ ਸਿਸਟਮ ਬਣਾਇਆ ਜਾਵੇ ਜਿਹੜਾ ਕਿ ਕਾਫੀ ਸਿੰਪਲ ਹੋਏਗਾ ਕਿਉਂਕਿ ਜਦੋਂ ਹੁਣ ਆਪਾਂ ਸਿਰਫ 20% ਇੰਸਟਰਕਸ਼ਨਸ ਨੂੰ ਹੀ ਡਿਵੈਲਪ ਕਰਨਾ ਹੈ, ਉਹਨਾਂ ਨੂੰ ਹੀ ਫੋਲੋ ਕਰਨਾ ਹੈ ਤਾਂ ਉਹ ਕੰਪਿਊਟਰ ਦੇ ਵਿੱਚ ਸਾਰਾ ਕੁਝ ਹੀ ਕਾਫੀ ਸਿੰਪਲ ਹੋਏਗਾ, ਘੱਟ ਇੰਸਟਰਕਸ਼ਨਸ ਹੋਣਗੀਆਂ, ਘੱਟ ਐਡਰੈਸਿੰਗ ਮੋਡਸ ਹੋਣਗੇ ਤੇ ਰਜਿਸਟਰਸ ਵਗੈਰਾ ਸਭ ਕੁਝ ਲਿਮਟਿਡ ਹੋਏਗਾ ਤਾਂ ਇੱਕ ਕਾਫੀ ਸਿੰਪਲ ਜਿਹਾ ਸਿਸਟਮ ਬਣੇਗਾ। ਇਸ ਕਰਕੇ ਅ ਪ੍ਰੋਸੈਸਰ ਬੇਸਡ ਔਨ ਅਪੋਨ ਦਿਸ ਕੰਸੈਪਟ would use few instruction। ਅਗਰ ਆਪਾਂ ਇੱਦਾਂ ਦਾ ਕੋਈ ਪ੍ਰੋਸੈਸਰ ਕ੍ਰੀਏਟ ਕਰਾਂਗੇ ਜਿਹਦੇ ਵਿੱਚ ਸਿਰਫ 20% ਇੰਸਟਰਕਸ਼ਨਸ ਜਾਂ ਜਿਹੜੀਆਂ ਮੋਸਟ ਇੰਪੋਰਟੈਂਟ ਇੰਸਟਰਕਸ਼ਨਸ ਨੇ ਆਪਾਂ ਉਹਨਾਂ ਨੂੰ ਹੀ ਸਪੋਰਟ ਕਰਨਾ ਹੈ ਤਾਂ ਉਹਦੇ ਵਿੱਚ ਇੰਸਟਰਕਸ਼ਨਸ ਵੀ ਘੱਟ ਹੋਣਗੀਆਂ ਵਿਚ ਰਿਕੁਆਇਰ ਫਿਊਅਰ ਟ੍ਰਾਂਜ਼ਿਸਟਰਸ ਐਂਡ ਮੇਕ them cheaper to manufacture। ਯਾਨੀ ਕਿ ਉਹ ਪ੍ਰੋਸੈਸਰ ਹੈ ਜਿਹੜਾ ਕਾਫੀ ਚੀਪਰ, ਕਾਫੀ ਸਸਤਾ ਡਿਵੈਲਪ ਹੋ ਸਕਦਾ ਹੈ। by reducing the number of transistors and instructions to only those most frequently used, the computer would get more done in shorter amount of time। ਜਿਹੜੀਆਂ ਇੰਸਟਰਕਸ਼ਨ ਸਭ ਤੋਂ ਜ਼ਿਆਦਾ ਯੂਜ਼ ਹੋ ਰਹੀਆਂ ਨੇ, ਫ੍ਰੀਕੁਐਂਟਲੀ ਯੂਜ਼ ਹੋ ਰਹੀਆਂ ਨੇ, ਆਪਾਂ ਸਿਰਫ ਉਹਨਾਂ ਨੂੰ ਵੀ ਯੂਜ਼ ਕਰਕੇ ਇੱਕ ਕੰਪਿਊਟਰ ਜਦੋਂ ਬਣਾਵਾਂਗੇ ਤਾਂ ਉਹ ਕਾਫੀ ਘੱਟ ਟਾਈਮ ਦੇ ਵਿੱਚ ਜ਼ਿਆਦਾ ਕੰਮ ਕਰੇਗਾ। ਅਗਰ ਆਪਾਂ ਇਹਨੂੰ ਸਮਰਾਈਜ਼ ਕਰਕੇ ਦੇਖੀਏ ਕਿ ਰਿਸਕ ਦੇ ਫੀਚਰਸ ਕੀ ਨੇ, ਸਭ ਤੋਂ ਪਹਿਲਾਂ ਹੈ ਕਿ ਰਿਸਕ ਦੀ ਫੁੱਲ ਫਾਰਮ ਹੈ ਰਿਡਿਊਸਡ ਇੰਸਟਰਕਸ਼ਨ ਸੈਟ ਕੰਪਿਊਟਰ। ਇਟ ਹੈਜ਼ ਫਿਊਅਰ ਐਂਡ ਲਿਮਟਿਡ ਨੰਬਰ ਆਫ ਇੰਸਟਰਕਸ਼ਨਸ, ਕਾਫੀ ਘੱਟ ਇਹਦੇ ਵਿੱਚ ਇੰਸਟਰਕਸ਼ਨਸ ਹੋਣਗੀਆਂ। ਸਪੋਜ਼ ਜਨਰਲੀ ਆਪਾਂ ਕਹਿ ਸਕਦੇ ਹਾਂ 0 ਤੋਂ ਲੈ ਕੇ ਸਿਰਫ 50 ਜਾਂ 100 ਤੱਕ ਇੰਸਟਰਕਸ਼ਨ ਦੇ ਸਪੋਰਟ ਕਰ ਸਕਦਾ ਹੈ। ਕਿਸੇ ਕੰਪਿਊਟਰ ਦੇ ਵਿੱਚ 2-4 ਇੰਸਟਰਕਸ਼ਨਸ ਵੀ ਹੋ ਸਕਦੀਆਂ ਨੇ, 10-15-20 ਮਤਲਬ ਘੱਟ ਇੰਸਟਰਕਸ਼ਨਸ ਹੋਣਗੀਆਂ ਇਹਦੇ ਵਿੱਚ। ਸੋ ਐਜ਼ ਇਟ ਹੈਜ਼ ਫਿਊ ਇੰਸਟਰਕਸ਼ਨ ਸੋ ਇਟ ਰਿਕੁਆਇਰ ਲੈਸਰ ਟਾਈਮ ਫॉर ਐਗਜ਼ੀਕਿਊਸ਼ਨ। ਅਗਰ ਆਪਾਂ ਘੱਟ ਇੰਸਟਰਕਸ਼ਨ ਨੂੰ ਸਪੋਰਟ ਕਰ ਰਹੇ ਹਾਂ, ਕੋਈ ਕੰਪਿਊਟਰ ਘੱਟ ਇੰਸਟਰਕਸ਼ਨ ਨੂੰ ਸਪੋਰਟ ਕਰ ਰਿਹਾ ਤਾਂ ਉਹਨੂੰ ਐਗਜ਼ੀਕਿਊਸ਼ਨ ਟਾਈਮ ਵੀ ਘੱਟ ਲੱਗੇਗਾ। ਇਟ ਇਜ਼ ਫਾਸਟਰ ਬਿਕੋਜ਼ ਇਟ ਯੂਜ਼ਸ ਸਿੰਪਲ ਐਡਰੈਸਿੰਗ ਮੋਡਸ। ਸੋ ਇਹ ਕਾਫੀ ਫਾਸਟਰ ਹੈ ਕਿਉਂਕਿ ਇਹਦੇ ਵਿੱਚ ਆਪਾਂ ਐਡਰੈਸਿੰਗ ਮੋਡਸ ਕਾਫੀ ਸਿੰਪਲ ਯੂਜ਼ ਕਰਾਂਗੇ। RISC has uniform fixed length that simplifies the instruction decoding। ਸੋ ਜਿਹੜਾ ਇਹਦੇ ਵਿੱਚ ਇੰਸਟਰਕਸ਼ਨ ਦਾ ਲੈਂਥ ਹੈ ਉਹ ਫਿਕਸ ਹੋਏਗਾ। RISC machines mostly uses hardwired control unit। ਆਪਣੇ ਕੋਲ ਦੋ ਤਰ੍ਹਾਂ ਦੇ ਕੰਟਰੋਲ ਯੂਨਿਟ ਹੁੰਦੇ ਨੇ, ਇੱਕ ਹਾਰਡਵਾਇਰਡ ਕੰਟਰੋਲ ਯੂਨਿਟ ਹੁੰਦਾ ਤੇ ਇੱਕ
ਮਾਈਕਰੋ ਪ੍ਰੋਗਰਾਮਡ ਕੰਟਰੋਲ ਯੂਨਿਟ ਹੁੰਦਾ ਹੈ। ਜਿਹੜਾ ਰਿਸਕ ਹੈ ਉਹ ਹਾਰਡਵਾਇਰਡ ਕੰਟਰੋਲ ਯੂਨਿਟ ਯੂਜ਼ ਕਰੇਗਾ। ਰਿਸਕ ਪ੍ਰੋਸੈਸਰ ਕੰਜ਼ਿਊਮਸ ਲੈਸ ਪਾਵਰ ਐਂਡ ਆਰ ਹੈਵਿੰਗ ਹਾਈ ਪਰਫੋਰਮੈਂਸ। ਰਿਸਕ ਦੇ ਜਿਹੜੇ ਪ੍ਰੋਸੈਸਰ ਨੇ, ਰਿਸਕ ਕੈਟਾਗਰੀ ਜਿਹੜੇ ਪ੍ਰੋਸੈਸਰ ਨੇ ਉਹ ਕਾफ़ी ਘੱਟ ਪਾਵਰ ਕੰਜ਼ਿਊਮ ਕਰਦੇ ਆ, ਇਲੈਕਟ੍ਰੀਸਿਟੀ ਘੱਟ ਕੰਜ਼ਿਊਮ ਕਰਦੇ ਆ ਅਤੇ ਪਰਫੋਰਮੈਂਸ ਇਹਨਾਂ ਦੀ ਕਾफ़ੀ ਹਾਈ ਹੁੰਦੀ ਹੈ। ਇਟ ਹੈਜ਼ ਸਿੰਗਲ ਸਾਈਕਲ ਇੰਸਟਰਕਸ਼ਨ ਐਗਜ਼ੀਕਿਊਸ਼ਨ, ਮਤਲਬ ਕਿ ਇੱਕ ਸਿੰਗਲ ਸਾਈਕਲ ਦੇ ਵਿੱਚ ਇੱਕ ਐਗਜ਼ੀਕਿਊਸ਼ਨ ਇਹ ਐਗਜ਼ੀਕਿਊਟ ਕਰ ਸਕਦਾ ਹੈ। ਸੋ ਇਹ ਸਿੰਗਲ ਸਾਈਕਲ ਇੰਸਟਰਕਸ਼ਨ ਐਗਜ਼ੀਕਿਊਸ਼ਨ ਹੈ। ਮੈਮਰੀ ਐਕਸੈਸ ਇਜ਼ ਲਿਮਟਡ ਟੂ ਲੋਡ ਐਂਡ ਸਟੋਰ ਇੰਸਟਰਕਸ਼ਨ। ਆਪਾਂ ਸਿਰਫ ਦੋ ਤਰੀਕੇ ਨਾਲ ਹੀ ਮੈਮਰੀ ਨੂੰ ਐਕਸੈਸ ਕਰ ਸਕਦੇ ਹਾਂ, ਜਾਂ ਲੋਡ ਜਾਂ ਫਿਰ ਸਟੋਰ ਇੰਸਟਰਕਸ਼ਨ ਹੈ। all the operation are done within the register of the CPU। ਇਹ ਕਾਫੀ ਇੰਪੋਰਟੈਂਟ ਪੁਆਇੰਟ ਹੈ ਰਿਸਕ ਦੇ ਵਿੱਚ ਕਿ ਜਿੰਨੇ ਵੀ ਆਪਰੇਸ਼ਨਸ ਨੇ ਜਾਂ ਕਹਿ ਸਕਦੇ ਜਿੰਨੇ ਵੀ ਮਾਈਕਰੋ ਆਪਰੇਸ਼ਨਸ ਨੇ ਉਹ CPU ਦੇ ਰਜਿਸਟਰ ਦੇ ਵਿੱਚ ਹੀ ਪਰਫੋਰਮ ਹੁੰਦੇ ਆ, ਕਿਉਂਕਿ ਰਜਿਸਟਰ CPU ਦੇ ਕਾਫੀ ਨੀਅਰ ਹੁੰਦੇ ਨੇ, ਇਸ ਕਰਕੇ ਇਹਨਾਂ ਦੀ ਪ੍ਰੋਸੈਸਿੰਗ ਕਾਫੀ ਫਾਸਟ ਹੋਏਗੀ। ਸੋ ਮੈਨੀ ਸਿਮੈਟ੍ਰਿਕ ਰਜਿਸਟਰ ਵਿਚ ਆਰ ਆਰਗੇਨਾਈਜ਼ਡ ਇਨਟੂ ਏ ਰਜਿਸਟਰ ਫਾਈਲ। ਸੋ ਕਾਫੀ ਇਹਦੇ ਵਿੱਚ ਰਜਿਸਟਰਸ ਹੁੰਦੇ ਨੇ ਜਿਹੜੇ ਕਿ ਰਜਿਸਟਰ ਫਾਈਲ ਦੇ ਵਿੱਚ ਆਰਗੇਨਾਈਜ਼ ਕੀਤੇ ਜਾਂਦੇ ਨੇ, ਯਾਨੀ ਕਿ ਇਹਦੇ ਵਿੱਚ ਕਾਫੀ ਲਾਰਜ ਨੰਬਰ ਆਫ ਰਜਿਸਟਰਸ ਆਪਾਂ ਕੋਲ ਅਵੇਲੇਬਲ ਹੁੰਦੇ। ਲੈਸ ਕੰਪਲੈਕਸ ਹੈ, ਸਿੰਪਲ ਇੰਸਟਰਕਸ਼ਨਸ ਹੈ, ਇਹ ਆਪਾਂ ਆਲਰੇਡੀ ਕਰ ਚੁੱਕੇ ਹਾਂ। ਸੋ ਰਿਸਕ ਸਿਸਟਮਸ ਆਰ ਮੋਸਟ ਪੋਪੂਲਰ ਦੈਨ ਸਿਸਕ ਡਿਊ ਟੂ ਬੈਟਰ ਪਰਫੋਰਮੈਂਸ। ਰਿਸਕ ਦੇ ਜਿਹੜੇ ਸਿਸਟਮ ਨੇ ਇਹਨਾਂ ਦੀ ਪਰਫੋਰਮੈਂਸ ਕਾਫੀ ਹਾਈ ਹੁੰਦੀ ਹੈ, ਸੋ ਇਸ ਕਰਕੇ ਜ਼ਿਆਦਾ ਪੋਪੂਲਰ ਨੇ। ਇਟ ਯੂਜ਼ਸ ਦੀ ਫਲੋਟਿੰਗ ਪੁਆਇੰਟ ਡਾਟਾ ਟਾਈਪ। ਜਨਰਲੀ ਇਹਦੇ ਵਿੱਚ ਡਾਟਾ ਟਾਈਪ ਕਿਹੜੀ ਯੂਜ਼ ਹੋ ਰਹੀ ਹੈ? ਫਲੋਟਿੰਗ ਪੁਆਇੰਟ, ਜਿਨ੍ਹਾਂ ਦੇ ਵਿੱਚ ਆਪਾਂ ਡੈਸੀਮਲ ਨੰਬਰਸ ਯੂਜ਼ ਕਰਦੇ ਹਾਂ। ਸੋ ਨੈਕਸਟ ਹੈ ਸਿਸਕ। ਸਿਸਕ ਦੀ ਫੁੱਲ ਫਾਰਮ ਹੈ ਕੰਪਲੈਕਸ ਇੰਸਟਰਕਸ਼ਨ ਸੈਟ ਕੰਪਿਊਟਿੰਗ। ਸਿਸਕ ਦੇ ਵਿੱਚ ਕੀ ਹੈ ਕਿ ਆਪਾਂ ਲਾਰਜ ਨੰਬਰ ਆਫ ਇੰਸਟਰਕਸ਼ਨਸ ਨੂੰ ਯੂਜ਼ ਕਰਾਂਗੇ। ਆਪਾਂ ਨੂੰ ਪਤਾ ਹੈ ਕਿ ਰਿਸਕ ਦੇ ਵਿੱਚ ਕੀ ਸੀ, ਕਾਫੀ ਆਪਾਂ ਲਿਮਟਡ ਜਿਹੀ ਇੰਸਟਰਕਸ਼ਨਸ ਯੂਜ਼ ਕਰ ਸਕਦੇ ਹਾਂ, ਲਿਮਟਡ ਐਡਰੈਸਿੰਗ ਮੋਡ ਯੂਜ਼ ਕਰ ਸਕਦੇ ਹਾਂ। ਅਤੇ ਦੂਸਰਾ ਕਿ ਉਹਦੇ ਵਿੱਚ ਜਿੰਨੇ ਵੀ ਆਪਰੇਸ਼ਨ ਨੇ ਉਹ ਸਿਰਫ ਔਰ ਸਿਰਫ ਰਜਿਸਟਰ ਦੇ ਵਿੱਚ ਹੀ ਪਰਫੋਰਮ ਹੁੰਦੇ ਆ। ਸੋ ਕਾਫੀ ਉਹਦੇ 'ਚ ਲਿਮਿਟੇਸ਼ਨਸ ਨੇ। ਹੁਣ ਹਾਈ ਲੈਵਲ ਪ੍ਰੋਗਰਾਮਿੰਗ ਲੈਂਗੁਏਜਿਸ ਜਦੋਂ ਆਪਾਂ ਯੂਜ਼ ਕਰਦੇ ਹਾਂ ਅਤੇ ਉਹਦੇ ਵਿੱਚ ਉਹ ਲਿਮਿਟੇਸ਼ਨਸ ਨੂੰ ਆਪਾਂ ਫੋਲੋ ਨਹੀਂ ਕਰ ਸਕਦੇ। ਸੋ ਇਸ ਕਰਕੇ ਇੱਕ ਹੋਰ ਆਰਕੀਟੈਕਚਰ ਡਿਵੈਲਪ ਹੋਇਆ ਹੈ, ਦੈਟ ਇਜ਼ ਸਿਸਕ। So the design of an instruction set for a computer must take into consideration not only language construct but also requirements imposed on the use of high level programming languages। मतलब अगर आप हाई लेवल प्रोग्रामिंग लैंग्वेज ਨੂੰ ਯੂਜ਼ ਕਰਨਾ ਹੈ, ਜਿੱਦਾਂ ਅੱਜ ਕੱਲ੍ਹ ਆਪਾਂ ਯੂਜ਼ ਕਰਦੇ ਹਾਂ C++, ਜਾਵਾ ਐਂਡ ਸੋ ਔਨ। ਸੋ ਉਹਨਾਂ ਲੈਂਗੁਏਜਿਸ ਨੂੰ ਯੂਜ਼ ਕਰਨ ਲਈ ਉਹਨਾਂ ਦੀਆਂ ਕੁਝ ਰਿਕੁਆਇਰਮੈਂਟਸ ਨੇ ਕਿ ਆਪਾਂ ਮੈਮਰੀ ਨੂੰ ਵੀ ਐਕਸੈਸ ਕਰ ਸਕਦੇ ਹਾਂ, ਉਹਦੇ ਵਿੱਚ ਹੋਰ ਵੀ ਕਾਫੀ ਰਿਕੁਆਇਰਮੈਂਟਸ ਨੇ। ਸੋ ਅਗਰ ਆਪਾਂ ਉਹ ਰਿਕੁਆਇਰਮੈਂਟਸ ਨੂੰ ਕੰਸੀਡਰ ਕਰਨਾ ਹੈ ਤਾਂ ਫਿਰ ਆਪਾਂ ਨੂੰ ਕੰਪਲੈਕਸ ਇੰਸਟਰਕਸ਼ਨ ਚਾਹੀਦੀਆਂ ਨੇ। ਸੋ ਦੀ ਟਰਾਂਸਲੇਸ਼ਨ ਫਰੋਮ ਹਾਈ ਲੈਵਲ ਟੂ ਮਸ਼ੀਨ ਲੈਂਗੁਏਜ ਪ੍ਰੋਗਰਾਮਸ ਇਜ਼ ਡਨ ਬਾਈ ਮੀਨਸ ਆਫ ਏ ਕੰਪਾਈਲਰ। ਆਪਾਂ ਨੂੰ ਪਤਾ ਹੈ ਕਿ ਜਿਹੜੀ ਹਾਈ ਲੈਵਲ ਤੋਂ ਆਪਾਂ ਮਸ਼ੀਨ ਲੈਂਗੁਏਜ 'ਚ ਕਨਵਰਟ ਕਰਦੇ ਹਾਂ ਪ੍ਰੋਗਰਾਮ ਨੂੰ, ਉਹ ਕੌਣ ਕਰਦਾ ਹੈ? ਕੰਪਾਈਲਰ ਕਰਦਾ ਹੈ। ਸੋ ਵਨ ਰੀਜ਼ਨ ਫॉर द ट्रेंड टू प्रोवाइड ए complex instruction set is to desire to simplify the compilation and improve the overall computer performance। तो एक रिक्वायरमेंट सिस्क ਦੀ ਇਹ ਵੀ ਹੈ ਕਿ ਅਗਰ ਆਪਾਂ ਕੰਪਾਈਲੇਸ਼ਨ ਪ੍ਰੋਸੈਸ ਨੂੰ ਥੋੜਾ ਈਜ਼ੀ ਕਰਨਾ ਹੈ, ਕਿਉਂਕਿ ਕੰਪਾਈਲੇਸ਼ਨ ਪ੍ਰੋਸੈਸ ਕਾਫੀ ਡਿਫਿਕਲਟ ਹੋ ਸਕਦਾ ਹੈ ਅਤੇ ਕਾਫੀ ਟਾਈਮ ਕੰਜ਼ਿਊਮਿੰਗ ਵੀ ਹੋ ਸਕਦਾ ਹੈ। ਸੋ ਇਸ ਕਰਕੇ ਉਹਨੂੰ ਈਜ਼ੀ ਕਰਨ ਵਾਸਤੇ ਵੀ ਆਪਾਂ ਨੂੰ ਸਿਸਕ ਆਰਕੀਟੈਕਚਰ ਦੀ ਜ਼ਰੂਰਤ ਪਈ ਹੈ। The task of compiler is to generate a sequence of machine instruction for each high level language statement। So basically main task ਕੀ ਹੁੰਦਾ ਕੰਪਾਈਲਰ ਦਾ ਕਿ ਜਿੰਨੀਆਂ ਵੀ ਸਟੇਟਮੈਂਟਸ ਨੇ ਹਾਈ ਲੈਵਲ ਲੈਂਗੁਏਜ 'ਚ ਉਹਨਾਂ ਨੂੰ 1 by 1 ਮਸ਼ੀਨ ਲੈਂਗੁਏਜ 'ਚ ਕਨਵਰਟ ਕਰਨਾ। So the instructions in the CISC processor provide the direct manipulation of operands residing in the memory। So RISC processor ਕੀ ਹੈ ਆਪਾਂ ਨੂੰ ਪ੍ਰੋਵਾਈਡ ਕਰਦਾ ਹੈ, ਫੈਸਿਲਿਟੀ ਪ੍ਰੋਵਾਈਡ ਕਰਦਾ ਹੈ ਕਿ ਆਪਾਂ ਜਿਹੜੇ ਓਪਰੈਂਡਸ ਮੈਮਰੀ 'ਚ ਪਏ ਨੇ ਉਹਨਾਂ ਨੂੰ ਡਾਇਰੈਕਟ ਮੈਨੀਪੂਲੇਟ ਕਰ ਸਕੀਏ, ਜੋ ਕਿ ਰਿਸਕ ਦੇ ਵਿੱਚ ਪੋਸੀਬਲ ਨਹੀਂ ਸੀ। ਰਿਸਕ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਜਿੰਨੀ ਵੀ ਮੈਨੀਪੂਲੇਸ਼ਨ ਹੈ, ਜੋ ਵੀ ਓਪਰੇਸ਼ਨਸ ਨੇ ਉਹ ਕਿੱਥੇ ਹੁੰਦੇ ਨੇ? ਪਰਫੋਰਮ ਰਜਿਸਟਰਸ ਦੇ ਵਿੱਚ। ਸੋ ਉੱਥੇ ਆਪਾਂ ਮੈਮਰੀ ਨੂੰ ਐਕਸੈਸ ਨਹੀਂ ਕਰ ਸਕਦੇ ਸੀ, ਬਟ ਸਿਸਕ ਦੇ ਵਿੱਚ ਆਪਾਂ ਮੈਮਰੀ ਨੂੰ ਡਾਇਰੈਕਟ ਐਕਸੈਸ ਕਰ ਸਕਦੇ ਹਾਂ। For example, an add instruction may specify one operand in memory through index addressing and a second operand in memory through direct addressing। ਈਵਨ ਆਪਾਂ ਇਹਦੇ 'ਚ ਅਲੱਗ-ਅਲੱਗ ਐਡਰੈਸਿੰਗ ਮੋਡਸ ਵੀ ਯੂਜ਼ ਕਰ ਸਕਦੇ ਹਾਂ। ਸੋ ਜਿਵੇਂ ਕਿ ਐਗਜ਼ਾਮਪਲ ਹੈ ਕਿ ਆਪਾਂ ਇੱਕ ਓਪਰੈਂਡ ਨੂੰ ਕਿਹਦੇ ਥਰੂ ਐਡਰੈਸ ਕਰ ਰਹੇ ਹਾਂ? ਇੰਡੈਕਸ ਐਡਰੈਸਿੰਗ ਦੇ ਥਰੂ, ਅਤੇ ਦੂਸਰੇ ਨੂੰ ਡਾਇਰੈਕਟ ਐਡਰੈਸਿੰਗ ਦੇ ਥਰੂ ਵੀ ਆਪਾਂ ਯੂਜ਼ ਕਰ ਰਹੇ ਹਾਂ। ਸੋ ਅਲੱਗ-ਅਲੱਗ ਤਰ੍ਹਾਂ ਦੇ ਇੱਥੇ ਐਡਰੈਸਿੰਗ ਮੋਡਸ ਵੀ ਆਪਾਂ ਯੂਜ਼ ਕਰ ਸਕਦੇ ਹਾਂ। ਸੋ ਮੇਨ ਫੀਚਰਸ ਕੀ ਨੇ ਸਿਸਕ ਦੇ? ਸਿਸਕ ਦਾ ਫੁੱਲ ਫਾਰਮ ਕੀ ਹੈ? ਕੰਪਲੈਕਸ ਇੰਸਟਰਕਸ਼ਨ ਸੈਟ ਕੰਪਿਊਟਿੰਗ। ਇਟ ਹੈਜ਼ ਵਾਈਡ ਰੇਂਜ ਆਫ ਇੰਸਟਰਕਸ਼ਨਸ, ਦਿਸ ਪ੍ਰੋਡਿਊਸਿਸ ਮੋਰ ਐਫੀਸ਼ੀਐਂਟ ਰਿਜ਼ਲਟਸ। ਸੋ ਇਹਦੇ ਵਿੱਚ ਕਾਫੀ ਵਾਈਡ ਰੇਂਜ ਆਫ ਇੰਸਟਰਕਸ਼ਨਸ ਆਪਾਂ ਨੂੰ ਮਿਲਦੀਆਂ ਨੇ। ਸਿਸਕ ਮਸ਼ੀਨਸ ਜਨਰਲੀ ਮੇਕ ਯੂਜ਼ ਆਫ ਕੰਪਲੈਕਸ ਐਡਰੈਸਿੰਗ ਮੋਡ।
ਸੋ ਇਹਦੇ ਵਿੱਚ ਕਾਫੀ ਤਰ੍ਹਾਂ ਦੇ ਐਡਰੈਸਿੰਗ ਮੋਡਸ ਆਪਾਂ ਯੂਜ਼ ਕਰ ਸਕਦੇ ਹਾਂ, ਜਿਹੜੇ ਕਿ ਕੰਪਲੈਕਸ ਐਡਰੈਸਿੰਗ ਮੋਡਸ ਵੀ ਹੋ ਸਕਦੇ ਨੇ। ਤੇ ਰਿਸਕ ਦੇ ਵਿੱਚ ਆਪਾਂ ਕਾਫੀ ਸ਼ੋਰਟ ਨੰਬਰ ਆਫ ਐਡਰੈਸਿੰਗ ਮੋਡਸ ਯੂਜ਼ ਕਰਦੇ ਸੀ। ਇਟ ਹੈਜ਼ 2 operand ਫਾਰਮੈਟ। ਸੋ ਬੇਸਿਕਲੀ ਜਿਹੜੇ ਸਿਸਕ ਆਰਕੀਟੈਕਚਰ ਨੇ ਉਹਦੇ ਵਿੱਚ ਆਪਾਂ 2 operand ਇੰਸਟਰਕਸ਼ਨ ਫਾਰਮੈਟਸ ਯੂਜ਼ ਕਰਦੇ ਹਾਂ, ਯਾਨੀ ਕਿ ਆਪਾਂ 2 ਮੈਮਰੀ ਯੂਜ਼ ਕਰ ਸਕਦੇ ਹਾਂ, 2 ਮੈਮਰੀ ਐਡਰੈਸਿਸ ਯੂਜ਼ ਕਰ ਸਕਦੇ ਹਾਂ। ਤੇ ਉਹ ਦੋਨੋਂ ਐਡਰੈਸਿਸ ਰਜਿਸਟਰ ਦੇ ਵੀ ਹੋ ਸਕਦੇ ਨੇ ਤੇ ਦੋਨੋਂ ਮੈਮਰੀ ਦੇ ਵੀ ਹੋ ਸਕਦੇ ਨੇ, ਐਂਡ ਰਜਿਸਟਰ ਔਰ ਮੈਮਰੀ ਦਾ ਕੰਬੀਨੇਸ਼ਨ ਵੀ ਹੋ ਸਕਦਾ। तो ये वेरिएबल नंबर ऑफ इंस्ट्रक्शंस टिपिकली फ्रॉम 100 to 250 इंस्ट्रक्शंस। इतने देखो अपन 100 तो लेके 250 इंस्ट्रक्शंस तक प्रोवाइड हो रही ने, मतलब काफ़ी लार्ज नंबर ऑफ इंस्ट्रक्शंस सपोर्ट करता है। इट सपोर्ट्स मल्टीपल एड्रैसिंग मोड्स, कॉमनली 5 to 20 एड्रैसिंग मोड्स आप लास्ट लैक्चर च पढ़ के हटे हैं। सो ये काफ़ी लार्ज नंबर ऑफ एड्रैसिंग मोड्स ਨੂੰ सपोर्ट करता है। इट यूजेस मोस्टली माइक्रो प्रोग्राम्ड कंट्रोल यूनिट्स। सो 2 तरह के कंट्रोल यूनिट होंगे ने, हार्डवायर्ड कंट्रोल यूनिट एंड माइक्रो प्रोग्राम्ड कंट्रोल यूनिट्स। सो सिस्क जो आर्कीटैक्चर है वो माइक्रो प्रोग्राम कंट्रोल यूनिट ਨੂੰ यूज़ करता है, वाइल रिस्क मशीन यूजेस हार्डवायर्ड कंट्रोल यूनिट। रिस्क हार्डवायर्ड कंट्रोल यूनिट ਨੂੰ यूज़ करते हैं। सिस्क प्रोसेसर यूजेस हाई लेवल स्टेटमेंट। इट यूजेस बल्कि कंपाइलर टू प्रोड्यूस स्मॉल ऑब्जेक्ट कोड। ਜਿਹੜੇ सिस्क प्रोसेसर ने वो हाई लेवल लैंग्वेजेस ਨੂੰ यूज़ करते हैं ਤੇ ਇਹਦੇ ਵਿੱਚ ਕੰਪਾਈਲਰ ਕਾफ़ी ਬਲਕੀ ਹੁੰਦੇ ਨੇ ਤੇ ਉਹ ਇੱਕ ਆਪਾਂ ਨੂੰ ਸਮੋਲ ਆਬਜੈਕਟ ਕੋਡ ਪ੍ਰੋਡਿਊਸ ਕਰਕੇ ਪ੍ਰੋਵਾਈਡ ਕਰਦੇ ਨੇ, ਯਾਨੀ ਕਿ ਮਸ਼ੀਨ ਕੋਡ ਹੈ ਜਿਹੜਾ ਉਹ ਕਾफ़ੀ ਸਮੋਲ ਹੁੰਦਾ ਇਸ 'ਚ। ਇਟ ਰਿਕੁਆਇਰਸ ਮੋਰ ਹਾਰਡਵਾਇਰਡ ਸਰਕਿਟ ਦੈਨ ਰਿਸਕ। ਹੁਣ ਦੇਖੋ ਆਪਾਂ ਲਾਰਜ ਨੰਬਰ ਆਫ ਇੰਸਟਰਕਸ਼ਨਸ ਨੂੰ ਸਪੋਰਟ ਕਰ ਰਹੇ ਹਾਂ, ਲਾਰਜ ਨੰਬਰ ਆਫ ਐਡਰੈਸਿੰਗ ਮੋਡਸ ਯੂਜ਼ ਕਰ ਰਹੇ ਹਾਂ, ਮੈਮਰੀ ਨੂੰ ਵੀ ਐਕਸੈਸ ਕਰ ਰਹੇ ਹਾਂ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਪੋਰਟ ਕਰਨ ਵਾਸਤੇ ਆਪਾਂ ਨੂੰ ਇੱਕ ज़्यादा हार्डवेयर की जरूरत पैंदी है। सो ज़्यादा हार्डवेयर सर्किट ये रिक्वायर्ड है। द कंपलैक्स हार्डवेयर इज़ मोर प्रोन टू फेलियर। एक डिसएडवांटेज भी हो सकती है सिस्क की, क्योंकि ज़्यादा ये हार्डवेयर है वो कंपलैक्स होएगा तो उन्ना ही ज़्यादा वो चांसिस ने फेल होने। सो इट प्रोवाइड्स डायरैक्ट मैनिपुलेशन ऑफ ऑपरेंड इन मेन मैमरी। तो सिस्क ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਆਪਾਂ ਮੇਨ ਮੈਮਰੀ ਨੂੰ ਡਾਇਰੈਕਟਲੀ ਐਕਸੈਸ ਕਰ ਸਕਦੇ ਹਾਂ ਤੇ ਉਹਦੇ 'ਚ ਡਾਇਰੈਕਟ ਮੈਨੀਪੂਲੇਸ਼ਨ ਕਰ ਸਕਦੇ ਹਾਂ। ਕੋਈ ਵੀ ਉਹਦੇ 'ਚ ਜਿਹੜੀਆਂ ਵੈਲਿਊਜ਼ ਨੇ ਉਹਨੂੰ ਆਪਾਂ ਮੈਨੀਪੂਲੇਟ ਕਰ ਸਕਦੇ ਹਾਂ। ਫੋਲਟ ਟੋਲਰੈਂਸ ਇਜ਼ ਲੈਸ ਇਨ ਸਿਸਕ ਪ੍ਰੋਸੈਸਰ। ਇਹਦਾ ਮਤਲਬ ਕੀ ਹੈ, ਇਟ ਇਜ਼ ਵੈਰੀ ਡਿਫਿਕਲਟ ਟੂ ਫਾਈਂਡ ਆਊਟ ਇਨ ਫੋਲਟ ਫਰੋਮ ਕੰਪਲੈਕਸ ਹਾਰਡਵੇਅਰ। ਅਗਰ ਸਿਸਕ ਪ੍ਰੋਸੈਸਰ ਦੇ ਵਿੱਚ ਕੋਈ ਵੀ ਫਾਲਟ ਆ ਰਿਹਾ ਹੈ ਤਾਂ ਉਹਨੂੰ ਫਾਈਂਡ ਆਊਟ ਕਰਨਾ ਤੇ ਉਹਨੂੰ ਰਿਮੂਵ ਕਰਨਾ ਕਾਫੀ ਇੱਕ ਡਿਫਿਕਲਟ ਟਾਸਕ ਹੋ ਸਕਦਾ ਹੈ। एग्जाम्पल ऑफ सिस्क प्रोसैसर्स काफ़ी ਇਹਦੇ एग्जाम्पल्स ने, जिदा कि IMB 370 है, डिजिटल इक्विपमेंट कारपोरेशन का एक वैक्स कंप्यूटर है। सो ये सिस्क दियाँ कुछ के एग्जाम्पल्स ने, तुम लिख सकते हो। सिस्क इंस्ट्रक्शंस आर वेरीएबल लेंथ एंड हैंस नॉन यूनीफॉर्म इंस्ट्रक्शन। सिस्क दी जिहड़ियां इंस्ट्रक्शंस ने वो वेरीएबल लेंथ दियां हो सकदियां ने, 1 बाइट भी हो सकता है, 2 बाइट भी हो सकता है, 4 बाइट्स भी हो सकदियां ने। तो जिहड़ियां सिस्क दी इंस्ट्रक्शंस ने वो वेरीएबल लेंथ दियां हो सकदियां ने। उत्थे दूसरी साइड ते जिहड़ियां रिस्क दियां इंस्ट्रक्शंस सी वो फिक्स होंदियां सी। अगर आप इन्हां नूं जनरलाइज करके दोनों का डिफरेंस देखते हैं, डिफरेंस बिटवीन रिस्क एंड सिस्क आर्कीटैक्चर। सो रिस्क की फुल फॉर्म की है, रिड्यूस्ड इंस्ट्रक्शन सैट कंप्यूटर, तो सिस्क की फुल फॉर्म है कंपलैक्स इंस्ट्रक्शन सैट कंप्यूटर। रिस्क के काफ़ी घट इंस्ट्रक्शंस नूं यूज़ करते हैं तो सिस्क काफ़ी लार्ज नंबर ऑफ इंस्ट्रक्शन नूं सपोर्ट करता है। रिस्क यूजेस हार्डवेयर इंस्ट्रक्शंस तो सिस्क के ਆਪਾਂ सॉफ्टवेयर इंस्ट्रक्शंस यूज़ करते हैं, यानी कि माइक्रो प्रोग्राम्स ਉਹਦੇ 'ਚ यूज़ हो सकते हैं। तो वेरी फ्यू एड्रैसिंग मोड्स आर यूज्ड इन रिस्क। रिस्क ਦੇ ਵਿੱਚ ਕਾफ़ी ਘੱਟ एड्रैसिंग मोड्स ਹੁੰਦੇ ਨੇ, यूजली 2-4। ਤੇ सिस्क ਦੇ ਵਿੱਚ ਕਾफ़ੀ ज़्यादा लार्ज नंबर ऑफ एड्रैसिंग मोड्स ਆਪਾਂ यूज़ कर सकते हैं। रिस्क ਦੇ ਵਿੱਚ डिकोडिंग काफ़ी ईजी है, क्योंकि घੱਟ इंस्ट्रक्शंस ने उन्होंने डिकोड करना भी काफ़ी ईजी ਹੁੰਦਾ है। तो दूसरी साइड पर सिस्क के जी डिकोडिंग है वो डिफिकल्ट है, क्योंकि उत्थे आप काफ़ी लार्ज नंबर ऑफ इंस्ट्रक्शंस यूज़ करते हैं। रिस्क हैज़ फिक्स लेंथ फॉर्मेट। रिस्क दी जी इंस्ट्रक्शंस ने उन्होंने फॉर्मेट है जोड़ा फिक्स होएगा। तो सिस्क का जोड़ा लेंथ फॉर्मेट है वो वेरीएबल होएगा, यानी कि वो अलग अलग भी हो सकते हैं। तो रिस्क के इट इज़ वो वेरी फास्ट स्पीड। रिस्क प्रोसैसर जोड़ा काफ़ी फास्ट है तो सिस्क जो प्रोसैसर है वो रिलेटिवली स्लो होएगा। तो रिस्क के जोड़े ऑपरेशंस ने अपन पता है सारे कितने परफॉर्म होंगे ने, रजिस्टर्स के विच। रिस्क सिस्क दी जिहड़ियां इंस्ट्रक्शंस ने वो मैमरी के उत्ते ऑपरेशन परफॉर्म कर सकदियां। तो रिस्क का जिहड़ा इंस्ट्रक्शन साइकिल है, एग्जीक्यूशन साइकिल है, वो एक सिंगल साइकिल के विच कंप्लीट हो जाता है। तो सिस्क नूं उत्थे ही ज़्यादा नंबर ऑफ
ਸਾਈਕਲਸ ਦੀ ਲੋੜ ਪੈਂਦੀ ਹੈ। ਰਿਸਕ ਡਜ਼ਨਟ ਯੂਜ਼ ਮਾਈਕਰੋ ਪ੍ਰੋਗਰਾਮਿੰਗ, ਆਪਾਂ ਨੂੰ ਪਤਾ ਹੈ ਰਿਸਕ ਦੇ ਵਿੱਚ ਹਾਰਡਵੇਅਰ ਕੰਟਰੋਲ ਯੂਨਿਟ ਹੁੰਦੀ ਹੈ, ਸੋ ਇਸ ਕਰਕੇ ਉੱਥੇ ਮਾਈਕਰੋ ਪ੍ਰੋਗਰਾਮਸ ਯੂਜ਼ ਨਹੀਂ ਹੋ ਸਕਦੇ। ਸਿਸਕ ਯੂਜ਼ਸ ਮਾਈਕਰੋ ਪ੍ਰੋਗਰਾਮਿੰਗ, ਸਿਸਕ ਦੇ ਵਿੱਚ ਆਪਾਂ ਮਾਈਕਰੋ ਪ੍ਰੋਗਰਾਮਿੰਗ ਤੇ ਹਾਈ ਲੈਵਲ ਲੈਂਗੁਏਜ ਨੂੰ ਯੂਜ਼ ਕਰ ਸਕਦੇ ਹਾਂ। ਸੋ ਇਹ ਸੀ ਰਿਸਕ ਵਰਸਸ ਸਿਸਕ, ਕਾਫੀ ਇੰਪੋਰਟੈਂਟ ਟੌਪਿਕ ਹੈ ਇਹ। ਦੋ ਆਰਕੀਟੈਕਚਰ ਹੁੰਦੇ ਨੇ ਬੇਸਿਕਲੀ, ਰਿਸਕ ਐਂਡ ਸਿਸਕ, ਜਿਹਦੇ ਵਿੱਚ ਰਿਡਿਊਸਡ ਇੰਸਟਰਕਸ਼ਨਸ ਨੇ ਉਹ ਹੈ ਰਿਸਕ, ਐਂਡ ਜਿਹਦੇ ਵਿੱਚ ਜ਼ਿਆਦਾ ਕੰਪਲੈਕਸ ਇੰਸਟਰਕਸ਼ਨ ਨੇ, ਜ਼ਿਆਦਾ ਨੰਬਰ ਆਫ ਇੰਸਟਰਕਸ਼ਨਸ ਨੇ, ਉਹ ਹੁੰਦਾ ਹੈ ਸਿਸਕ।